ਵੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਆਪ ਸਭ ਦਾ ਸਵਾਗਤ ਹੈ। ਅੱਜ 12 ਅਗਸਤ ਦਿਨ ਹੈਗਾ ਜੀ ਵੀਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਜਨਰਲ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575 5599052575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ 415 909 0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ। ਨਿਮਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀ ਦੇ 559 374 4541। ਜਰਨੈਲ ਸਿੰਘ ਜੌਹਲ ਲਿਨਵੁੱਡ, ਪਰਮਜੀਤ ਕੌਰ ਰੰਗੀ ਵੈਕਾਵਿਲ। ਅਤੇ ਪੂਰੇ ਅਮਰੀਕਾ ਦੇ ਵਿੱਚ ਜੇ ਤੁਸੀਂ ਵਧੀਆ ਡਿਸਕਾਊਂਟ ਵਾਲੇ ਫਿਊਲ ਕਾਰਡ ਦੀ ਭਾਲ ਦੇ ਵਿੱਚ ਹੋ ਤਾਂ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ ਵਾਲਿਆਂ ਨੂੰ 408 272 2600 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਖਬਰਾਂ ਦਾ ਸਿਲਸਿਲਾ ਕਰੀਏ ਸ਼ੁਰੂ। 1984 ਸਿੱਖ ਕਤਲੇਆਮ ਮਾਮਲੇ ਦੇ ਵਿੱਚ 36 ਸਾਲਾਂ ਬਾਅਦ ਕਾਨਪੁਰ ਦੇ ਵਿੱਚ ਇੱਕ ਬੰਦ ਪਏ ਘਰ ਦੇ ਵਿੱਚ ਮਨੁੱਖੀ ਸਰੀਰ ਦੇ ਹਿੱਸੇ ਮਿਲੇ। ਹਾਂਜੀ, ਦੇਖੋ ਕਿੰਨਾ ਦਿਲ ਦਹਿਲਾਉਣ ਵਾਲਾ ਇਹ ਮਾਮਲਾ ਹੈ 36 ਸਾਲ ਬਾਅਦ। ਤੇ ਵੈਸੇ ਸਭ ਨੂੰ ਯਾਦ ਹੋਣਾ ਔਰ ਭੁੱਲਣਾ ਵੀ ਨਹੀਂ ਚਾਹੀਦਾ। ਵੈਸੇ ਨਾ ਇਸ ਮਾਮਲੇ ਦੇ ਵਿੱਚ ਤੁਸੀਂ ਕਿਤੇ ਪਤਾ ਨਹੀਂ ਗੁਲਜ਼ਾਰ ਸਾਹਿਬ ਦੀ ਕਵਿਤਾ ਪੜ੍ਹੀ ਹੈ ਕਿ ਨਹੀਂ ਪੜ੍ਹੀ। ਉਹਨਾਂ ਨੇ ਇਉਂ ਲਿਖਿਆ ਸੀ, ਇਸ ਚੀਜ਼ ਨੂੰ ਬਿਆਨ ਕੀਤਾ ਸੀਗਾ। पासपोर्ट कमिश्नर ने दरख्वास्त से सर उठाकर पूछा, पासपोर्ट कमिश्नर ने दरख्वास्त से सर उठाकर पूछा, कोई तिल या मस्सा कोई तेरे बदन पर, जन्म निशानी कोई निशानी जो मिट ना सके। चंद मिनट कुछ सोचा, फिर सरदार ने यकदम शर्ट उतारी, आग का एक निशान है सर जी 84 का, ये मिटना है। ਗੁਲਜ਼ਾਰ ਸਾਹਿਬ ਦੀ ਇਹ ਕਵਿਤਾ ਇੱਕ ਕਹਿ ਲਓ ਕਿ ਤਰਾਸਦੀ ਨੂੰ ਬਿਆਨ ਕਰਦੀ ਹੈ। ਇਹ ਸ਼ਬਦ ਨਹੀਂ, ਇਹ ਖੰਜਰ ਨੇ, ਖੰਜਰ ਜਿਹੜਾ ਕਿ ਹਿਰਦਿਆਂ ਨੂੰ ਛਿਲ ਨਹੀਂ ਕਰ ਸਕਦਾ। ਸ਼ਬਦ ਦਾ ਖੰਜਰ ਤੁਹਾਨੂੰ ਪਤਾ ਹੀ ਹੈ ਕਿੰਨਾ ਤਿੱਖਾ ਹੁੰਦਾ। ਸੋ ਉਦੋਂ ਵੀ ਤਿੱਖਾ ਮੇਰੇ ਖਿਆਲ ਦੇ ਨਾਲ ਉਹ ਦਰਦ ਆ ਜਿਹੜਾ ਇਸ ਘਰ ਨੇ ਬਰਦਾਸ਼ਤ ਕੀਤਾ ਹੋਏਗਾ। ਹੁਣ ਵੇਖੋ 36 ਸਾਲ ਬਾਅਦ ਇਹ ਖਬਰ ਆਈ ਹੈ, ਜਦ ਕਿ ਉਹ ਲੋਕ ਜਿਹੜੇ ਇਸ ਘਰ ਨੂੰ ਪਹਿਲਾਂ ਬਣਾਉਂਦੇ ਰਹੇ, ਇਸ ਘਰ ਵਾਸਤੇ ਕਮਾਈਆਂ ਕਰਦੇ ਰਹੇ, ਉਸ ਤੋਂ ਬਾਅਦ ਕੁਛ ਮਰ ਗਏ, ਕੁਛ ਵਿਛੜ ਗਏ, ਉੱਥੋਂ ਬਿਖਰ ਗਏ। ਸੋ ਇਹ ਮਾਮਲਾ ਕੁਛ ਇਸ ਤਰ੍ਹਾਂ ਦਾ ਹੈ ਕਿ ਵੈਸੇ ਤਾਂ ਆਪਾਂ ਨੂੰ ਪਤਾ ਹੀ ਆ ਕਿ ਦਿੱਲੀ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਉਸ ਸਮੇਂ ਸਿੱਖਾਂ ਨੂੰ ਕਿਤੇ ਖੋਇਆ ਗਿਆ ਤੇ ਉਹ ਕਾਨਪੁਰ ਏਰੀਆ ਸੀਗਾ। ਤਾਂ ਉਹਦੇ ਵਿੱਚ ਇਹ ਜਿਹੜੇ ਹੈਗੇ ਸਨ ਤੇਜ ਪ੍ਰਤਾਪ ਸਿੰਘ, ਉਸ ਵੇਲੇ 45 ਸਾਲ ਇਹਨਾਂ ਦੀ ਸੀ ਉਮਰ ਸੀ। ਤੇ ਇਸ ਤੋਂ ਇਲਾਵਾ ਤੇਜ ਪ੍ਰਤਾਪ ਸਿੰਘ ਦੇ ਇੱਕ ਸਪੁੱਤਰ ਸਨ, ਇਹਨਾਂ ਦੀ ਉਸ ਟਾਈਮ ਆਰਜਾ ਜਿਹੜੀ ਆ ਉਹ 22 ਕੁ ਸਾਲ ਹੋਏਗੀ, ਗੋਬਿੰਦ ਨਗਰ ਦੇ ਵਿੱਚ ਰਹਿੰਦੇ। ਤੇ ਕਹਿੰਦੇ ਆ ਕਿ ਇਹਨਾਂ ਨੂੰ ਕਤਲ ਕਰਕੇ 1 ਨਵੰਬਰ ਵਾਲੇ ਦਿਨ ਲਾਸ਼ਾਂ ਜਿਹੜੀਆਂ ਸਾੜ ਦਿੱਤੀਆਂ ਗਈਆਂ। ਫਿਰ ਇਹ ਪਰਿਵਾਰ ਜਿਹੜਾ ਬੱਚੇ ਕੁਚੇ ਜਿਹੜੇ ਚੀਜ਼ ਸੀ ਰੈਫਿਊਜੀ ਕੈਂਪ ਦੇ ਵਿੱਚ ਜਾਂਦੇ ਨੇ ਤੇ ਉੱਥੋਂ ਉਹ ਪੰਜਾਬ ਰੁਖਸਤ ਹੋ ਜਾਂਦੇ ਨੇ। ਉਸ ਤੋਂ ਬਾਅਦ ਉਹਨਾਂ ਨੇ ਘਰ ਵੇਚ ਦਿੱਤਾ ਤੇ ਘਰ ਦੇ ਜਿਹੜੇ ਨਵੇਂ ਮਾਲਕ ਸੀ ਉਹਨਾਂ ਨੇ ਉਹ 2 ਕਮਰੇ ਜਿਨ੍ਹਾਂ ਦੇ ਵਿੱਚ ਇਹ ਮਨੁੱਖੀ ਸਰੀਰ ਜਿਹੜੇ ਮਿਲੇ ਨੇ ਉਹ ਕਦੇ ਖੋਲ੍ਹੇ ਨਹੀਂ। ਹੁਣ SIT ਬਣਨ ਤੋਂ ਬਾਅਦ ਜਦੋਂ ਐਡਰੈਸ ਵਗੈਰਾ ਕੱਢੇ ਗਏ ਨੇ ਤੇ ਫਿਰ ਜਾ ਕੇ ਉਸ ਘਰ ਦੀ ਤਲਾਸ਼ੀ ਲਈ ਗਈ ਆ ਤਾਂ ਉੱਥੋਂ ਮਨੁੱਖੀ ਪਿੰਜਰ ਬਰਾਮਦ ਹੋਏ ਨੇ, ਜਿਹਦਾ ਕਿ ਇਮਕਾਨ ਇਹੋ ਹੀ ਆ ਕਿ 36 ਸਾਲਾਂ ਬਾਅਦ ਉਹ ਪਿੰਜਰ ਉਡੀਕਦੇ ਅੱਜ ਕਿਤੇ ਜਾ ਕੇ ਥੋੜ੍ਹਾ ਕਹਿ ਲਓ ਕਿ ਉਡੀਕ ਤੋਂ ਮੁਕਤ ਹੋਏ ਹੋਣਗੇ ਕਿ ਕੋਈ ਸਾਡੇ ਵਾਸਤੇ ਆਏਗਾ, ਕੋਈ ਸਾਡੇ ਵਾਸਤੇ ਬੋਲੇਗਾ। ਵੈਸੇ
ਕਹਿੰਦੇ ਆ ਕਿ ਲਾਸ਼ਾਂ ਵੀ ਬੋਲਦੀਆਂ ਨੇ। ਖੈਰ ਉਸ ਟਾਈਮ ਤੇ ਫਿਰ ਮੁਕੱਦਮਾ ਵੀ ਕਾਹਦਾ ਪਾਇਆ ਹੋਊਗਾ, ਧਾਰਾ ਲਾ ਦਿੱਤੀ ਆ ਕੋਈ 396 ਲਾ ਲਓ, ਕੋਈ 436 ਮਨਸੂਬੇ ਨਾਲ ਜਿਹੜੀ ਸ਼ਰਾਰਤ ਕਰਕੇ ਘਰ ਤਬਾਹ ਕਰਨ ਬਾਰੇ 201 ਸਬੂਤ ਮਿਟਾਉਣ ਵਾਸਤੇ। ਮਤਲਬ ਕਿ ਤੁਸੀਂ ਹਿਸਾਬ ਲਾ ਲਓ ਕਿ ਇੱਕ ਘਰ ਦੀ ਬਰਬਾਦੀ ਹੋਈ ਆ, 2 ਜੀ ਸਾੜ ਕੇ ਮਾਰ ਦਿੱਤੇ ਗਏ ਨੇ, ਪਰੰਤੂ 302 ਕਤਲ ਦੀ ਧਾਰਾ ਵੀ ਨਹੀਂ ਲੱਗਦੀ। ਦੇਖੋ ਇਹਦੋਂ ਵੱਡੀ ਤਰਾਸਦੀ ਕੀ ਹੋਏਗੀ ਮਨੁੱਖੀ ਇਤਿਹਾਸ ਦੀ। ਤਾਂ ਹੁਣ ਖੈਰ ਚਲੋ ਭਾਵੇਂ ਜਿਵੇਂ ਮਰਜ਼ੀ ਆ, ਭਾਰਤੀ ਜਨਤਾ ਪਾਰਟੀ ਦਾ ਸ਼ੁਕਰ ਕਰਨਾ ਚਾਹੀਦਾ ਇਸ ਗੱਲੋਂ ਕਿ ਭਾਵੇਂ ਬੇਸ਼ੱਕ ਇਹਨਾਂ ਨੇ ਕੁਝ ਸਿਆਸੀ ਮਫਾਦ ਮੱਦੇ ਨਜ਼ਰ ਰੱਖੇ ਹੋਣ, ਪਰ ਕੁਝ ਮਾਮਲਿਆਂ ਨੂੰ ਤੇ ਉਧੇੜ ਰਹੇ ਆ ਨਾ। ਇੱਕ ਉਹ ਦੁਰਜਨ ਨੂੰ ਭੇਜਿਆ, ਸੱਜਣ ਨੂੰ ਇਹਨਾਂ ਨੇ ਭੇਜਿਆ, ਚਲੋ ਕੁਝ ਮਾਮਲੇ ਤੇ ਉਧੇੜ ਰਹੇ ਆ, ਨਹੀਂ ਤੇ ਇਹ ਤੇ ਪਤਾ ਨਹੀਂ ਕਦੋਂ ਤੱਕ ਇਸੇ ਤਰ੍ਹਾਂ ਹੀ ਪਿੰਜਰ ਪੈ ਰਹਿਣੇ ਸੀਗੇ। ਖੈਰ ਹੁਣ ਦੇਖਦੇ ਹਾਂ ਅੱਗੇ ਕੀ ਹੁੰਦਾ, ਕਿਸ ਤਰ੍ਹਾਂ ਮਤਲਬ ਕਿ ਕੋਈ ਟੈਸਟ ਹੁੰਦਾ ਇਹਨਾਂ ਦਾ, ਜਿੱਦਾਂ DNA ਟੈਸਟ ਵਗੈਰਾ ਹੁੰਦੇ ਨੇ, ਉਸ ਤੋਂ ਬਾਅਦ ਕੀ ਉਹ ਕਾਤਲਾਂ ਦੀ ਜਿਹੜੀ ਭੀੜ ਸੀ, ਦਰਿੰਦਿਆਂ ਦੀ ਜਿਹੜੀ ਭੀੜ ਸੀ, ਉਹਨਾਂ ਦੇ ਵਿੱਚੋਂ ਕਿੰਨੇ ਕੁ ਜਿਹੜੇ ਇਸ ਸੰਸਾਰ ਤੇ ਹੈਗੇ ਆ, ਕਿੰਨੇ ਉਹ ਪਛਾਣੇ ਜਾਂਦੇ ਆ ਤੇ ਕਿੰਨੇ ਉਸ ਤੋਂ ਬਾਅਦ ਕਟਹਿਰੇ 'ਚ ਖਿਲਾਰ ਕੇ ਸਜ਼ਾ ਤੱਕ ਪਹੁੰਚਾਏ ਜਾਂਦੇ ਆ। ਪਰ 36 ਸਾਲ ਪਿੰਜਰ ਹੀ ਲੱਭਣ ਤੇ ਲੱਗ ਗਏ, ਹੁਣ ਇਨਸਾਫ ਲੱਭਣ ਤੇ ਹੋਰ ਕਿੰਨਾ ਟਾਈਮ ਲੱਗਿਆ। ਜੀ ਜੀ ਬਿਲਕੁਲ, ਬਹੁਤੀ ਉਮੀਦ ਵੀ ਜਿਹੜੀ ਉੱਥੋਂ ਰੱਖਣੀ ਨਹੀਂ ਚਾਹੀਦੀ। ਹੁਣ ਪਤਾ ਹੀ ਆ ਵੀ ਉੱਥੇ ਉਹਨਾਂ ਨੇ ਕੀ ਕਰਨਾ ਹੈ, ਕੀ ਜਿਹੜਾ ਉਹ ਹੋਣਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਸਾਬਕਾ DGP ਮੁਹੰਮਦ ਮੁਸਤਫਾ ਵੱਲੋਂ ਸਲਾਹਕਾਰ ਲੱਗਣ ਤੋਂ ਸਾਫ਼ ਨਾ, ਕਿਸੇ ਹੋਰ ਨੇ ਵੀ ਕੋਈ ਆਇਆ ਬਿਆਨ ਜੀ ਸਲਾਹਕਾਰਾਂ 'ਚੋਂ? ਦੇਖੋ 2 ਬਿਆਨ ਆ, ਇੱਕ ਮਾਲੀ ਦਾ ਬਿਆਨ ਤੇ ਆ ਗਿਆ, ਦੇਖਾ ਉਹਨੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਧੋਤਾ ਤੇ ਉਹ ਤੇ ਬੈਟਿੰਗ ਇਸੇ ਤਰ੍ਹਾਂ ਹੀ ਕਰੂਗਾ। ਤੇ ਜਿਹੜੇ ਹੈਗੇ ਆ ਅਮਰ ਸਿੰਘ, ਵੈਸੇ ਜੇ ਇੰਟਰਸਟਿੰਗ ਚੀਜ਼ ਦੇਖੋਗੇ ਨਾ ਤੁਸੀਂ, ਇਹ ਜਿਹੜੇ ਅਮਰ ਸਿੰਘ ਆ ਮੈਂਬਰ ਪਾਰਲੀਮੈਂਟ ਬਣੇ ਆ, ਇਹ ਪਹਿਲਾਂ ਜਦੋਂ ਸਿੱਧੂ ਮੰਤਰਾਲੇ ਦੇ ਵਿੱਚ ਸੀ, ਮੰਤਰੀ ਸੀ, ਤੇ ਅਮਰ ਸਿੰਘ ਜਿਹੜਾ ਸੀਗਾ ਉਹ OSD ਸੀਗਾ ਸਿੱਧੂ ਦਾ। ਮੈਨੂੰ ਤੋਂ ਬਾਅਦ 'ਚ ਪਤਾ ਲੱਗਿਆ, ਮੈਂ ਕਿਹਾ ਸੀ ਅਮਰ ਸਿੰਘ ਉਹ ਨੇ ਜਿਹੜੇ OSD ਹੁੰਦੇ, ਤਾਂ OSD ਦੇ ਅਹੁਦੇ ਤੋਂ ਹਟਾਇਆ ਸੀਗਾ। ਵੈਸੇ ਤੇ ਚਲੋ ਜੇ ਤੁਸੀਂ ਦੇਖੋਗੇ ਅਮਰ ਸਿੰਘ ਜੀ ਆ ਜਿਹੜੇ ਉਹ SC ਭਾਈਚਾਰੇ ਤੋਂ ਆ, ਮੁਸਲਿਮ ਭਾਈਚਾਰੇ ਤੋਂ ਆ ਗਏ ਮੁਸਤਫਾ, ਤੇ ਹਿੰਦੂ ਭਾਈਚਾਰੇ ਤੋਂ ਆ ਗਏ ਪਿਆਰੇ ਲਾਲ ਜੀ ਗਰਗ, ਤੇ ਜੱਟ ਭਾਈਚਾਰੇ ਤੋਂ ਆ ਗਏ ਮਾਲੀ। ਹੁਣ ਤੁਸੀਂ ਚਲੋ ਠੀਕ ਹੈ ਕੰਬੀਨੇਸ਼ਨ ਤੇ ਬਿਠਾ ਲਿਆ, ਜਾਂ ਸਮੀਕਰਨ ਜਾਂ ਜਿਹੜੇ ਇਸ ਤਰ੍ਹਾਂ ਹੁੰਦੇ ਆ ਭਾਈਚਾਰਿਆਂ ਨੂੰ ਸਾਧਨ ਦੇ ਨਿਸ਼ਾਨੇ ਹੁੰਦੇ ਆ, ਉਹ ਸਾਰੇ ਤਾਂ ਚਲੋ ਤੁਸੀਂ ਸਮੀਕਰਨ ਫਿੱਟ ਬਣਾ ਲਏ, ਫਿੱਟ ਬਿਠਾ ਲਏ। ਪਰੰਤੂ ਹੋਇਆ ਕੀ ਕਿ ਦੇਖੋ 2 ਪ੍ਰਤੀਕਰਮ ਜਿਹੜੇ ਹੁਣ ਤੱਕ ਸਾਹਮਣੇ ਆਏ ਆ, ਮਾਲੀ ਨੇ ਤੇ ਨਿਸ਼ਾਨੇ ਕਰ ਦਿੱਤੇ, ਇਹਦਾ ਮਤਲਬ ਕਿ ਉਹ ਤੇ ਸਿੱਧੂ ਦੇ ਨਾਲ ਚੱਲੂਗਾ ਹੀ ਚੱਲੂਗਾ। ਪਰੰਤੂ ਪਿਆਰੇ ਲਾਲ ਗਰਗ ਜੀ ਨੇ ਆਖਿਆ, ਉਹਨੇ ਆਖਿਆ ਕਿ ਦੇਖੋ ਗੱਲ ਇਹ ਆ ਕਿ ਸਲਾਹ ਹੀ ਦਊਂਗਾ, ਸਿਰਫ ਕੋਈ ਮੈਂ ਕਾਂਗਰਸ ਨਹੀਂ ਜੁਆਇਨ ਕਰੂੰਗਾ ऑफिशियली, कोई दफ्तर नहीं लूँगा, कोई कुर्सी नहीं लूँगा, जो भी सलाह लेनी है सलाह जरूर दूंगा, सलाहकारां दी जो मीटिंग हुई उहदे च चल जूँगा, पर मैं होर कुछ नहीं। इस तो इलावा मुस्तफा जी जिहड़े आ वो तो कहते कि नहीं नहीं मैं नहीं इधरले पासे आउणा जी, मैं राजनीति वास्ते बनिया ही कोई नहीं। वैसे तो मैनूं खुशी आ कि तुसीं सिलेक्ट किया, मतलब कि तुहाडी नज़र मेरे ते गई, वरना 4 साल हो गए किसी नूं मेरी याद ही नहीं आई। मतलब दिल ने फिर याद किया, तो कहते कि भाई अपन तो किसी ने याद नहीं किया, चलो शुक्र है इन्हें नाल तुसीं ते याद कर लिया। तो मुस्तफा ने हथ पिछे खिंच लिया। ਇਹਦਾ ਇੱਕ ਤਾਂ ਸਵਾਲ ਇਹ ਉੱਠੇਗਾ ਕਿ ਕੀ ਮੁਸਤਫਾ ਤੋਂ ਪਹਿਲਾਂ ਪੁੱਛਿਆ ਨਹੀਂ ਗਿਆ ਕਿ ਭਾਈ ਤੈਨੂੰ ਸਲਾਹ ਕਰ ਲਾਉਣਾ? ਜੇ ਪੁੱਛਿਆ ਗਿਆ ਸੀ ਤੇ ਇੰਨੀ ਛੇਤੀ ਵਾਜੇ ਕਿਉਂ ਵੱਜ ਗਏ? ਭਾਈ ਪਹਿਲੀ ਸਲਾਹ ਹੀ ਉਹ ਇਹ ਦੇਈ ਜਾਂਦੇ ਆ ਕਿ ਨਹੀਂ ਭਰਾ ਆਪਣੀ ਦੀ ਨਹੀਂ ਬਣੀ, ਤੂੰ ਕੋਈ ਹੋਰ ਲੱਭਦਾ। ਭਾਈ ਪਹਿਲੀ ਸਲਾਹ ਉਹਨਾਂ ਦੀ ਇਹੋ ਹੀ ਹੈ ਨਾ, ਪਹਿਲੀ ਕਹਿ ਲਓ ਜਾਂ ਆਖਰੀ ਕਹਿ ਲਓ। ਤਾਂ ਬਹਰਹਾਲ ਹੁਣ ਇਹ ਸਵਾਲ ਤੇ ਉੱਠਣਗੇ ਕਿ ਤੁਸੀਂ ਪਹਿਲਾਂ ਤਿਆਰੀ ਕੀਤੀ ਸੀਗੀ ਕਿ ਨਹੀਂ, ਪਹਿਲਾਂ ਪੁੱਛਿਆ ਸੀਗਾ ਕਿ ਨਹੀਂ, ਜਾਂ ਫਿਰ ਬਾਅਦ ਦੇ ਵਿੱਚ ਜਦੋਂ ਮੁਸਤਫਾ ਦੇ ਕਾਰਜਕਾਲ ਦੇ ਕੁਛ ਕਿੱਸੇ ਜਿਹੜੇ ਇਹਨਾਂ ਦੇ ਮਤਲਬ ਕਿ ਕਾਂਗਰਸੀਆਂ ਨੇ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਧਿਰ ਦੇ ਬੰਦੇ ਆ, ਉਹਨਾਂ ਨੇ ਜਦੋਂ ਫੁੱਲਣੇ ਸਟਾਰਟ ਕੀਤੇ, ਇਹਨਾਂ ਨੂੰ ਐਂ ਲੱਗਿਆ ਕਿ ਕਿਤੇ ਜਿਹੜੀਆਂ ਢਕੀਆਂ ਰਹਿੰਦੀਆਂ ਉਹ ਨਾ ਭਾਫ ਬਾਹਰ ਆ ਜਾਵੇ। ਖੈਰ ਪਤਾ ਨਹੀਂ ਕਿਉਂ ਫੈਸਲਾ ਇਹਨਾਂ ਨੇ ਲਿਆ, ਉਹ ਆਪਾਂ ਨੂੰ ਵੀ ਪਤਾ ਕਿ ਮੁਸਤਫਾ ਸਾਹਿਬ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਸੀ। ਫਿਰ ਉਸ ਤੋਂ ਬਾਅਦ ਰੌਲਾ ਕੀ ਪਿਆ ਕਿ ਇਹਨਾਂ ਤੋਂ ਜੂਨੀਅਰ ਦਿਨਕਰ ਗੁਪਤਾ ਜੀ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ। ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ
ਇਸ ਨਿਯੁਕਤੀ ਨੂੰ ਚੈਲੰਜ ਕੀਤਾ ਸੀ, ਟ੍ਰਿਬਿਊਨਲ 'ਚ ਵੀ ਕੀਤਾ, ਉਸ ਤੋਂ ਬਾਅਦ ਹਾਈ ਕੋਰਟ 'ਚ ਵੀ ਕੀਤਾ। ਉਦੋਂ ਤੱਕ ਚਲੋ ਇਹਨਾਂ ਦੀ ਸਰਵਿਸ ਖਤਮ ਹੋ ਗਈ। ਤਾਂ ਬਹਰਹਾਲ ਇਹ ਥੋੜ੍ਹੇ ਜਿਹੇ ਨਿਰਾਸ਼ ਨੇ, ਨਿਰਾਸ਼ਾਵਾਦੀ ਨੇ ਕੈਪਟਨ ਤੋਂ, ਤੇ ਸਿੱਧੂ ਨੇ ਇਹੀ ਇੱਕ ਤੀਰ ਨਾਲ ਦੋ ਨਿਸ਼ਾਨੇ ਖੰਡੇ ਕਿ ਇੱਕ ਤਾਂ ਮੁਸਲਿਮ ਭਾਈਚਾਰੇ ਤੋਂ ਆ ਜਾਣਗੇ, ਦੂਜਾ ਕੈਪਟਨ ਅਮਰਿੰਦਰ ਸਿੰਘ ਤੋਂ ਖਫਾ ਨੇ। ਖੈਰ ਦੇਖੋ ਇਹ ਹੁਣ ਅੱਗੇ ਕੀ ਬਣਦਾ ਕੀ ਬਣਾਉਂਦਾ। ਪਰ ਸਿੱਧੂ ਅੱਜ ਫੇਰ ਗਰਜਿਆ ਵਾ, ਕਹਿੰਦਾ ਕਿ 3 ਤੋਂ 5 ਰੁਪਏ ਤੱਕ ਬਿਜਲੀ ਦੇਵਾਂਗੇ। ਹੁਣ 3 ਤੋਂ 5 ਤੱਕ ਦਾ ਸਫ਼ਰ ਤੈਅ ਕਰ ਲਿਆ, ਉਦੋਂ ਕਹਿੰਦੇ ਸੀ 3। ਤੇ ਦੂਜੀ ਗੱਲ ਇਹ ਆ, ਕਹਿੰਦੇ ਕਿ ਬਿਜਲੀ ਸਮਝੌਤੇ ਰੱਦ ਕਰਨ ਵਾਲਾ ਪੈਂਤੜਾ ਜਿਹੜਾ ਉਹ ਇਸੇ ਸੈਸ਼ਨ ਦੇ ਵਿੱਚ ਅਪਣਾਵਾਂਗੇ। ਮਾਲੀ ਇੰਟਰਵਿਊ ਦੇ ਰਹੇ ਸੀਗੇ, ਉਹਨਾਂ ਨੇ ਇੱਕ ਸੰਕੇਤ ਜਿਹੜਾ ਦਿੱਤਾ, ਵੈਸੇ ਸਲਾਹਕਾਰ ਨੇ ਪਤਾ ਨਹੀਂ ਸਲਾਹ ਕੀਤੀ ਹੈ ਕਿ ਨਹੀਂ, ਉਹਨਾਂ ਨੇ ਇਹ ਗੱਲ ਆਖੀ ਕਿ ਭਾਈ ਗੱਲ ਇਹ ਆ ਕਿ ਅਮਰਿੰਦਰ ਸਿੰਘ ਨੂੰ ਬਦਲਿਆ ਜਾ ਸਕਦਾ। ਹੁਣ ਵੇਖੋ ਇਹ ਵੀ ਇੱਕ ਚਰਚਾ ਚੱਲਦਾ, ਚਲੋ ਇਹ ਤਾਂ ਮਾਲੀ ਜਾਣਨ ਜਾਂ ਹੋਰ ਜਾਣਨ ਜਿਹੜੇ ਉਹਨਾਂ ਤੱਕ ਸੂਚਨਾਵਾਂ ਪਹੁੰਚਾ ਰਹੇ ਨੇ ਕਿ ਜੇ ਅਮਰਿੰਦਰ ਸਿੰਘ ਸਹੀ ਨਹੀਂ ਚੱਲਦੇ ਤਾਂ ਇੱਦਾਂ ਵੀ ਹੋ ਸਕਦਾ। ਮੰਨ ਲਓ ਜੇ ਸਿੱਧੂ ਨੂੰ ਠੇਬੀ ਲਾਉਣ ਦਾ ਯਤਨ ਕਰਦੇ ਆ, ਪਰੰਤੂ ਜਿੰਨੀ ਕੁ ਜਾਣਕਾਰੀ ਮਿਲੀ ਆਫ ਦੀ ਰਿਕਾਰਡ, ਜਿਹੜੀ OBC ਨੁਮਾਇੰਦਿਆਂ ਨਾਲ ਇਹਨਾਂ ਦੀ ਮੀਟਿੰਗ ਸੀ, ਉਸ ਤੋਂ ਬਾਅਦ ਇਹਨਾਂ ਨੇ ਇੱਕ ਮੰਤਰੀ ਦੇ ਘਰ ਵੀ ਮੀਟਿੰਗ ਕੀਤੀ ਆ ਤੇ ਕਹਿੰਦੇ ਆ ਕਿ ਉੱਥੇ ਮਤਾ ਪਗਾਇਆ ਗਿਆ। ਇਸ ਗੱਲ ਤੇ ਚਰਚਾ ਕੀਤੀ ਗਈ ਆ ਕਿ ਕੀ ਅਮਰਿੰਦਰ ਸਿੰਘ ਦਾ ਤਖਤਾ ਪਲਟ ਕੀਤਾ ਜਾ ਸਕਦਾ, ਵਿਧਾਇਕ ਦਲ ਦੀ ਮੀਟਿੰਗ ਸੱਦੀ ਜਾ ਸਕਦੀ ਆ। ਕਿਸੇ ਸਿਆਣੇ ਨੇ ਕਿਹਾ ਕਿ ਨਹੀਂ, ਵਿਧਾਇਕ ਦਲ ਦੀ ਮੀਟਿੰਗ ਸਿੱਧੀ ਇਸ ਤਰ੍ਹਾਂ ਨਹੀਂ ਸੱਦੀ ਜਾ ਸਕਦੀ, ਹਾਂ ਏਜੰਡਾ ਸੈੱਟ ਕੀਤਾ ਜਾ ਸਕਦਾ 2022 ਦਾ। ਹੁਣ ਲੱਗਦਾ ਇਹੋ ਆ ਇਹ ਰੱਸਾਕੱਛੀ ਜਿਹੜੀ ਆ ਉਹ ਇੱਕ ਮਹੱਤਵਪੂਰਨ ਮੁਕਾਮ ਤੇ ਪਹੁੰਚ ਗਈ ਆ। ਪਰ ਜਿੱਦਾਂ ਮੁਸਤਫਾ ਨੇ ਪੈਰ ਪਿੱਛੇ ਖਿੱਚੇ ਆ, ਥੋੜਾ ਜਿਹਾ ਉਹ ਮਾਮਲਾ ਸਿੱਧੂ ਦਾ ਪੁੱਠਾ ਪਿਆ। ਉਹ ਜਿਵੇਂ ਕਹਿੰਦੇ ਉਤਾਵਲਾ ਸੋ ਬਾਵਲਾ, ਉਤਾਵਲਾ ਕੁਝ ਜ਼ਿਆਦਾ ਹੋ ਜਾਂਦਾ, ਇਸ ਕਰਕੇ ਕਈ ਵਾਰ ਕੰਮ ਖਰਾਬ ਹੋ ਜਾਂਦਾ। ਜੀ ਜੀ ਜੀ। ਉਧਰ ਹਾਈ ਕੋਰਟ ਨੇ ਸਾਬਕਾ DGP ਸਮੇਧ ਸੈਣੀ ਨੂੰ ਅਗਾਊਂ ਜ਼ਮਾਨਤ ਦਿੱਤੀ। ਗੱਲ ਮੈਨੂੰ ਲੱਗਦਾ ਕਿ ਉਹੀ ਰਿਪੀਟ ਹੋ ਰਹੀ ਹੈ ਜਿਹੜੀ ਪਹਿਲਾਂ ਸੀ ਸਮੇਧ ਸੈਣੀ ਬਾਰੇ ਖਬਰਾਂ, ਜਗਿਆਸਾ, ਸੰਭਾਵਨਾਵਾਂ, ਉਸ ਤੋਂ ਬਾਅਦ ਉਹੀ ਮਤਲਬ ਕਿ ਜ਼ਮਾਨਤ ਜ਼ਮਾਨਤ ਜ਼ਮਾਨਤ। ਤੇ ਇੱਦਾਂ ਹੀ ਹੋ ਰਿਹਾ ਇਸ ਕੇਸ ਦੇ ਵਿੱਚ, ਵਿਜੀਲੈਂਸ ਵਾਲੇ ਕੇਸ ਦੇ ਵਿੱਚ। ਬੈਕਗਰਾਉਂਡ ਸਾਰਿਆਂ ਨੂੰ ਪਤਾ ਹੋਏਗਾ ਕਿ ਵਿਜੀਲੈਂਸ ਨੇ ਇੱਕ ਨਵੀਂ FIR ਰਜਿਸਟਰਡ ਕੀਤੀ ਸੀਗੀ, ਉਹਦੇ ਵਿੱਚ ਸੁਮੇਧ ਸੈਣੀ ਦਾ ਨਾਂ ਸੀਗਾ। ਭੱਜ ਕੇ ਕੋਰਟ ਗਿਆ, ਇਟਲੀ ਕੋਰਟ ਨੇ ਆਖਿਆ ਕਿ ਨਾ ਬਈ ਨਾ, ਜ਼ਮਾਨਤ ਨਹੀਂ ਬਣਦੀ। ਅਪਰ ਕੋਰਟ ਦੇ ਵਿੱਚ ਗਏ ਤਾਂ ਉਹਨਾਂ ਨੇ ਇਹਨਾਂ ਨੂੰ ਜ਼ਮਾਨਤ ਜ਼ਰੂਰ ਦੇ ਦਿੱਤੀ ਆ। ਪਰੰਤੂ ਮੁੱਦਾ ਇਹ ਆ ਕਿ ਹੁਣ ਜਿੱਦਾਂ ਇਹਨਾਂ ਨੂੰ ਜ਼ਮਾਨਤ ਤੇ ਮਿਲ ਗਈ ਆ, ਇਹਨੂੰ ਸੁਮੇਧ ਸੈਣੀ ਨੂੰ, ਇਹਨਾਂ ਦੇ ਵਕੀਲ ਜਾਂ ਜਿੰਨੇ ਵੀ ਉੱਥੇ ਪੇਸ਼ ਹੋਏ ਹੋਣੇ ਆ, ਉਹਨਾਂ ਸਾਰਿਆਂ ਨੂੰ ਹਾਈ ਕੋਰਟ ਨੇ ਇੱਕ ਸਮਾਂ ਦਿੱਤਾ ਵਾ ਕਿ 7 ਦਿਨਾਂ ਦੇ ਅੰਦਰ ਅੰਦਰ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ। ਹੁਣ ਇਨਵੈਸਟੀਗੇਸ਼ਨ ਜੁਆਇਨ ਕਰਨਗੇ, ਇਹ ਸਾਰਾ ਦਲ ਬਲ ਲੈ ਕੇ, ਮਤਲਬ ਕਿ ਵਕੀਲ ਵਗੈਰਾ ਸਾਰੇ ਜਾਣਗੇ, ਤੇ ਕੀ ਅੱਗੇ ਵਾਲੀ ਫੇਰ ਕਹਾਣੀ ਦੁਹਰਾਈ ਜਾਊਗੀ। ਸੁਮੇਧ ਸੈਣੀ ਆ ਗਿਆ, ਸੁਮੇਧ ਸੈਣੀ ਆ ਗਿਆ, ਫਿਰ ਉਹ ਪੁੱਛਗਿੱਛ ਦੇ ਵਿੱਚ ਸੁਮੇਧ ਸੈਣੀ ਨੇ ਕੁਝ ਦੱਸਿਆ ਨਹੀਂ ਜੀ, ਦੱਸਿਆ ਨਹੀਂ ਜੀ, ਬਾਅਦ ਚੋਂ ਦੀ ਪੱਕੀ ਜ਼ਮਾਨਤ ਮਿਲ ਗਈ। ਕੀ ਉਹੀ ਕਹਾਣੀ ਦੁਹਰਾਈ ਜਾਏਗੀ ਜਾਂ ਇਸ ਵਾਰੀ ਕੁਝ ਵੱਖਰਾ ਦੇਖਣ ਨੂੰ ਮਿਲੇਗਾ? ਕੋਈ ਠੋਸ ਸਬੂਤ ਪੇਸ਼ ਕੀਤੇ ਜਾਣਗੇ? ਕੀ ਇਹ ਵੀ ਵੇਖਣ ਦੀ ਜ਼ਰੂਰਤ ਹੋਏਗੀ ਕਿ ਪੰਜਾਬ ਸਰਕਾਰ ਇਸ ਜ਼ਮਾਨਤ ਨੂੰ ਚੈਲੰਜ ਕਰਦੀ ਹੈ ਜਾਂ ਨਹੀਂ ਕਰਦੀ। ਫਿਰ ED ਕੋਲ ਜਿਹੜੇ ਡਾਕੂਮੈਂਟ ਗਏ ਨੇ ਕਿ ਸੈਂਟਰਲ ਏਜੰਸੀ ED ਜਿਹੜੀ ਆ ਉਹ ਸੈਣੀ ਦੇ ਵਿਰੁੱਧ ਕੋਈ ਜਾਂਚ ਪੜਤਾਲ ਸ਼ੁਰੂ ਕਰਦੀ ਹੈ ਕਿ ਨਹੀਂ ਕਰਦੀ। ਸੋ ਬਾਕੀ ਤਾਂ ਕੁਝ ਵੀ ਨਹੀਂ, ਇਸ ਗੱਲ ਦੇ ਵਿੱਚ ਹੁਣ ਵਿਸ਼ਲੇਸ਼ਣ ਕਰਨ ਦੀ ਕੋਈ ਜ਼ਰੂਰਤ ਨਹੀਂ। ਬਸ ਇਹ ਆ ਕਿ ਅਗਾਂਹ ਕੀ ਹੋਏਗਾ, ਅੱਗੇ ਕੀ ਹੋਏਗਾ, ਕਿ ਪੰਜਾਬ ਸਰਕਾਰ ਕੋਈ ਚੈਲੰਜ ਕਰ ਸਕਦੀ ਹੈ, ਕੋਈ ਠੋਸ ਸਬੂਤ ਲੈ ਕੇ ਫਿਰ ਸੁਮੇਧ ਸੈਣੀ ਨੂੰ ਘੇਰਾ ਪਾਇਆ ਜਾ ਸਕਦਾ, ਜਾਂ ਮੈਂ ਜਿਵੇਂ ਅੱਗੇ ਕਿਹਾ ਕਿ ਰੈਪੂਟੇਸ਼ਨ ਹੀ ਆ, ਫਿਰ ਉਸੇ ਮਾਮਲੇ ਦਾ ਰੈਪੂਟੇਸ਼ਨ ਹੀ ਆ। ਬਾਕੀ ਮੈਨੂੰ ਤਾਂ ਉਹੀ ਲੱਗਦਾ, ਜਿਵੇਂ ਕਹਿੰਦੇ ਆ ਨਾ, ਉਹੀ ਮੁੰਨੀ ਦੇ 2 ਕੱਪੜੇ ਸੁੱਟਣ ਨਾੜਾ ਹੱਥ। ਗੱਲ ਇਹੋ ਆ ਕਿ 2 ਕੱਪੜਿਆਂ ਵਾਲੀ ਗੱਲ ਆ ਕਿ ਹੁਣ ਬਹੁਤਾ ਕੋਈ ਖਲਾਰਾ ਨਹੀਂ ਹੈਗਾ। ਸੈਣੀ ਦਾ ਇਹੋ ਆ ਕਿ ਗ੍ਰਿਫਤਾਰੀ, FIR, ਜ਼ਮਾਨਤ ਦੀ ਚੜਾਈ, ਐਦੋਂ ਵੱਧ ਕੁਛ ਨਹੀਂ ਹੈਗਾ, ਐਦੋਂ ਵੱਧ ਕੁਛ ਨਹੀਂ ਹੈ। ਤਾਂ ਉਹਦੇ 'ਚ ਹੁਣ ਕੀ ਇਹਨੂੰ ਪੱਕੀ ਜ਼ਮਾਨਤ ਮਿਲਦੀ ਹੈ, ਜਾਂ ਫਿਰ ਉਸ ਤੋਂ ਬਾਅਦ ਭਾਗਮ ਭਾਗ ਖੇਡ ਹੁੰਦੀ ਹੈ, ਜਾਂ ਕਿਤੇ ਜਾ ਕੇ ਇਹਦੀ ਗ੍ਰਿਫਤਾਰੀ ਹੁੰਦੀ ਹੈ। ਬਸ ਇੱਥੇ ਹੀ ਗੱਲ ਘੁੰਮਦੀ ਹੈ। ਜੀ ਜੀ। ਅਗਲੀ ਗੱਲ ਕਰੀਏ, ਸੁੱਖੀ ਰੰਧਾਵਾ ਤੇ ਵਰੇ ਮਜੀਠੀਆ ਗੈਂਗਸਟਰਾਂ ਨਾਲ ਸੰਬੰਧਾਂ ਦੇ ਲਾਏ ਗੰਭੀਰ ਇਲਜ਼ਾਮ ਤੇ ਇਹਨਾਂ ਤੇ ਵੀ ਕਈ ਲੱਗਦੇ ਰਹੇ ਆ, ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਹੋਈ ਹੁੰਦੀ ਹੈ। ਨਹੀਂ ਵੇਖੋ, ਜੇ ਇਹ ਗੱਲਾਂ ਫੋਲ ਕੇ ਦੇਖਣੀਆਂ ਤਾਂ ਫਿਰ ਤਾਂ ਬਹੁਤ ਕੁਛ ਆ।
कि इन्हां दे नज़दीकी भी बंदे रहे, वो मरे भी, वो फड़े भी गए। इन्हां दे सरपंच जिहड़े सी उन्हां दीयां ढाणियां दे विचों गैंगस्टर भज्जे, मुकाबले होए, बथेरा कुछ आ। यही तो त्रासदी है ना इस टाइम, जवानी की त्रासदी इहो आ कि तुसीं वेखो कि कल जो हाल सीगा बच्चों का, जिन्हां ने पटवारियां दी भरी सीगी आसामी वास्ते, जी जी जिन्हां ने भर्ती भरी सी, ਪ੍ਰੀਖਿਆ ਦਿੱਤੀ। अच्छा आंसर की उन्हां दी गलत आ। फिर कहते कि जो कोई एतराज़ है तो 500 रुपया प्रति सवाल का दो, तुसीं कोई जस्टिस या कोई न्याय? बेरोजगार बच्चा 1000 रुपए तो पहला भर रहा, 6 तुहाडे आंसर गलत ने, मतलब कि ऑप्शन ही गलत ने, बनते ही नहीं आंसर। 5-6 वो 6-50-30 3000 रुपया वो लियावे बच्चा, की चलता की पिया? पर उहदे ते कोई गल नहीं कर रहा, कोई उहदे ते गल नहीं कर रहा। इन्हां चों सियासतदानां चों कोई नहीं बोलिया। हाँ ठीक है, इक्का दुक्का मीडिया वाले बोले आ, ਜਾਂ कह लो कि सोशल मीडिया माड़ा मोटा बोलिया, किसी ने जुबान ही नहीं खोली क्या की चल रहा बेरोजगारों के नाल, नौजवानों के नाल। हाँ हुण जो आ चल रहा है भी माड़ा मंदभागा है। मैं उस दिन भी तुहानूं कहा सीगा, अज भी कहना कि ठीक है, जग्गू भगवानपुरीए के मामले दे विच ये बहुत पुराने इल्जाम ने। ये समझा जाता है कि जग्गू भगवानपुरीए ने जेल दे विचों जे अपना गिरोह सफलतापूर्वक चलाया तो उहदे पिछे पोलीटिकल पावर सी, ये समझा जाता है। तो उहदे जी दोष सीधे मजीठिया लाउंदा है, सुखजिंदर रंधावा ते पहलां भी लगे है। तुहानूं याद होना प्रेस कॉन्फ्रेंसां लगातार होईयां सी, कोई समा सी ऐसा, और सुखजिंदर सिंह रंधावा अमरिंदर सिंह होरां दे उल्ट शायद ज़्यादा इसे करके होया सी क्योंकि उस दौर दे विच सुखजिंदर सिंह रंधावा कल्ला रह गया सी, कोई उहदे नाल अड़ के खलोण वाला नहीं सी। उधर मजीठिया जिहड़ा वो पेली जाता है छक्के ते छक्का प्रेस कॉन्फ्रेंस करके। तो हुण भी की है कि सुखबीर सिंह बादल ने जिदन दुखेड़िए दी आए आ उत्थे रिहायशगाह ते अफसोस करन, उदन भी कहा ते अज भी इन्होंने प्रेस कॉन्फ्रेंस की कि जग्गू दे नाल भाई इहदी नेड़ता। सारा मसला यही है कि इलैक्शन के नेड़े आके अकाली दल नाल जुड़े इस तरह के नौजवान या इस तरह के वर्करां नूं डराउण वास्ते ये सब कुछ किया जा रहा है ताकि मैदान छड्ड जाण, पर अकाली दल के वर्कर डटे रहण। सो गल ये आ कि ठीक है कि अकाली दल का सीगा देखी बहुत वधिया नेता सीगा, वर्कर सी, बहुत संभावनावां भरपूर यूथ का आगू सीगा, इहदे च कोई शक नहीं, कोई दो राय नहीं है। पर तुहाडी इल्जाम तराशी दे विच दरअसल असल मुद्दा जिहड़ा वो किते ना किते पिस जांदा है। वो तुहाडे ते दोष लाउणगे, तुसीं उन्हां ते दोष लाउणगे। मसला तो इहो ही है ना कि ये चीज़ां हो क्यों रही, वापर क्यों रही। तो इस करके इल्जाम तराशी चो कुछ नहीं लभना, कुछ करन की जरूरत है। तुहाडे कोल मौका सी, तुसीं फेल रहे, हुण इन्हां कोल मौका सी, ये भी फेल रहे आ। तां इहदा मतलब यह है कि सानूं होर 5 साल वेखणे पैणगे कि की बनेगा। पर उदों तक किन्नियां लाशां धरती ते डिगणगियां, किन्नियां मावां उदों तक पुत्त विहूणियां हो जाणगियां, किन्नियां दे सुहाग उजड़ जाणगे। इस गल का अंदाजा ला के चलना चाहिए। रोकथाम की गल करनी चाहिए है कि इस चीज़ को, इस कतलो गारत को किस तरह रोकया जाए। बाकी सियासतदानों का भाई यहो काम आ, इन्हां दी जिन्नी मर्जी आलोचना कर लो, कई बार बहुत ही ज़्यादा आलोचना जिहड़ी है ना वो भी बंदे नूं कह लो कि तर्कहीन कर दिंदी है, तर्क कर लग जाता है, जां उहदी खाली इन्नी मोटी हो जाती है कि उहनूं उन्हां चीज़ां की आदत पै जाती है। जी जी, ਉਹਨਾਂ ਨੂੰ ਵੀ ਆਦਤ ਪੈ ਜਾਂਦੀ ਤੇ ਲੋਕਾਂ ਨੂੰ ਵੀ ਆਦਤ ਪੈ ਜਾਂਦੀ ਵੀ ਇਹ ਤਾਂ ਐਂ ਹੀ ਜਿਹੜਾ ਕੰਮ ਚੱਲਦਾ ਰਹਿਣਾ ਲੱਗਦਾ। ਖੰਨੇ ਵਿੱਚ ਲੱਗੇ ਸੀਐਮ ਦੇ ਪੋਸਟਰਾਂ ਦਾ ਬਲਬੀਰ ਸਿੰਘ ਰਾਜੇਵਾਲ ਕੀ ਆਖਦੇ ਨੇ, ਕੀ ਹੈ ਜੀ ਇਸ ਦੇ ਪਿੱਛੇ ਅਸਲੀਅਤ? हाँ जी, देखो वो कहते ने कि जो भी लगे आ ये पोस्टर कि सीएम का चेहरा जिहड़ा कि तुसीं राजोवाल नूं देखना चाहोगे, राजेवाल जी नूं देखना चाहोगे, तो वो कहते हैं कि ये पिछे भाजपा के IT सैल की ही शरारत है। उन्होंने साफ कर दिता, स्पष्ट कर दिता कि साडा इन्हां दे नाल कोई ताल्लुक नहीं सीगा पोस्टरां दे नाल, ये IT सैल की साजिश सीगी। ते नाल उन्होंने कहा कि जेकर नवे 3 खेती कानून रद्द ना होए तो पूरा देश अते सारे ही वर्ग जिहड़े इस तो बुरी तरह प्रभावित होंगे। मतलब कि कुछ इस तरह दी स्टेटमेंट उन्होंने जारी कीतियां। तो मेरे ख्याल दे नाल चलो राजेवाल जी आए, उन्होंने ये गल क्लीयर कर दी है
ਕਿ ਹਾਂ ਭਾਈ ਇਹ ਪੋਸਟਰ ਲਗਾਉਣ ਦੇ ਵਿੱਚ ਜਾਂ ਪੋਸਟਰ ਲਾਉਣ ਦੇ ਵਿੱਚ ਇਹ ਪੋਸਟਰ ਚੇਪ ਕੇ ਪਬਲਿਸਿਟੀ ਕਰਨ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈਗਾ ਤੇ ਨਾ ਹੀ ਕੋਈ ਸਾਨੂੰ ਇਹਦਾ ਚਾਅ ਆ। ਬਿਲਕੁਲ ਗੱਲ ਇਹਨਾਂ ਨੇ ਕਲੀਅਰ ਕਰ ਦਿੱਤੀ ਹੈ, ਠੀਕ ਆ। ਪਰੰਤੂ ਰੌਲਾ ਹੁਣ ਇੱਕ ਦੋ ਚੀਜ਼ਾਂ ਦਾ ਆ ਕਿ ਝੜੂਨੀ ਸਾਹਿਬ ਜਿਹੜੇ ਪਹਿਲਾਂ ਤੇ ਪੂਰਾ ਗਾਂਹ ਲੈ ਗਏ ਕੰਮ ਨੂੰ ਖਿੱਚ ਕੇ, ਹੁਣ ਉਹ ਪਿੱਛੇ ਮੁੜ ਰਹੇ ਨੇ, ਕਹਿੰਦੇ ਕਿ ਮੈਂ ਕੋਈ ਇਲੈਕਸ਼ਨ ਨਹੀਂ ਲੜਨਾ, ਮੈਂ ਕੋਈ CM ਦਾ ਦਾਅਵੇਦਾਰ ਨਹੀਂ, ਕੋਈ ਚਿਹਰਾ ਨਹੀਂ ਆ। ਇਹਨਾਂ ਖਲਾਰਾ ਪਾ ਕੇ ਫਿਰ ਵਿੱਚ ਪੋਸਟਰ ਲੱਗ ਗਏ, ਸਾਰਾ ਕੁਛ ਹੈ ਜਿਹੜਾ ਉਹ ਕਹਿ ਲਓ ਕਿ ਇੰਨਾ ਰੋਲ ਘਚੋਲਾ ਆ ਕਿ ਹੁਣ ਟਿੱਕਰੀ ਤੋਂ ਵੀ ਖਬਰਾਂ ਆ ਰਹੀਆਂ ਨੇ। ਵੱਡੀ ਗੱਲ ਇਹ ਆ ਕਿ ਬਹਾਦਰਗੜ੍ਹ ਦੇ ਵਿੱਚ ਵੀ ਝੜੂਲੀ ਤੋਂ ਬਾਅਦ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਹਰਿਆਣੇ ਤੋਂ ਨੇ ਉਹ ਪੰਜਾਬ ਦੀਆਂ ਜਥੇਬੰਦੀਆਂ ਤੇ ਨਿਸ਼ਾਨੇ ਕੱਸ ਰਹੀਆਂ, ਔਰ ਯੋਗੇਂਦਰ ਯਾਦਵ ਨੇ ਉਹਦੇ ਵਿੱਚ ਪ੍ਰਤੀਕਰਮ ਵੀ ਦਿੱਤਾ ਕਿ ਇਹ ਜਿਹੜੀਆਂ ਜਥੇਬੰਦੀਆਂ ਜੋ ਬਣਾਇਆ ਫਿਰਦੇ ਆ ਹਰਿਆਣਾ ਸੰਯੁਕਤ ਕਿਸਾਨ ਮੋਰਚਾ, ਇਹਦਾ ਕੋਈ ਵਜੂਦ ਨਹੀਂ ਹੈਗਾ। ਪਰੰਤੂ ਕਹਿਣ ਦਾ ਮਤਲਬ ਇਹ ਆ ਕਿ ਰਾਜਨੀਤਿਕ ਆਕਾਂਖਿਆ ਨੇ ਅਗੜਾਈ ਲਈ ਉਦੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਅਸੀਂ ਸੰਸਦ ਬਣਾਵਾਂਗੇ ਜੀ, ਸੰਸਦ ਬਣਾਵਾਂਗੇ, ਉਹਦੇ 'ਚ ਰਵਨੀਤ ਬਿੱਟੂ ਹੀ ਕੁੱਟੇ ਗਏ ਬਿਨਾਂ ਗੱਲ ਤੋਂ, ਫਿਰ ਝੜੂਨੀ ਸਾਹਿਬ ਪਾਸੇ ਹੋ ਗਏ। ਹੁਣ ਵੀ ਇਹ ਖਲਾਰਾ ਜਿਹੜਾ ਉਹ ਬਹੁਤ ਜ਼ਿਆਦਾ ਪੈ ਗਿਆ, ਦੂਜੇ ਲੀਡਰਾਂ ਨੂੰ ਸਫਾਈਆਂ ਦੇਣੀਆਂ ਪੈ ਰਹੀਆਂ, ਇੱਥੋਂ ਤੱਕ ਕਿ ਵਾਰ-ਵਾਰ ਬਿਆਨ ਦੁਹਰਾਉਣੇ ਪੈ ਰਹੇ ਨੇ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਹੀਂ ਜਾਊਗੀਆਂ, ਕਿਉਂਕਿ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਫਿਰ ਦੁਬਾਰਾ ਕਿਹਾ ਕਿ ਅਸੀਂ ਰਾਜਨੀਤੀ 'ਚ ਨਹੀਂ ਜਾ ਰਹੇ। ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਜਿਹੜੇ ਹੈਗੇ ਉਹ ਖੂੰਡੇ ਵਾਲੇ ਰੁਲਦੂ ਸਿੰਘ, ਉਹਨਾਂ ਨੇ ਵੀ ਕਿਹਾ। ਤਾਂ ਕੁੱਲ ਮਿਲਾ ਕੇ ਇਹਦਾ ਸਿੱਟਾ ਇਹੋ ਨਿਕਲਿਆ ਕਿ ਉਹ ਜੋ ਸੋਚ ਕੇ ਚੱਲ ਰਹੇ ਸਨ ਝੜੂਨੀ ਸਾਹਿਬ, ਉਹਨਾਂ ਦੀ ਸੋਚ ਪੂਰੀ ਹੋਏਗੀ ਕਿ ਨਹੀਂ ਹੋਏਗੀ। ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੇ ਕਿਸਾਨ ਆਗੂ ਆ ਉਹਨਾਂ ਨੂੰ ਵੱਖ-ਵੱਖ ਮੰਚਾਂ ਤੋਂ ਵੱਖ-ਵੱਖ ਵੇਲੇ ਤੇ ਸਫਾਈ ਦੇਣੀ ਪੈ ਰਹੀ ਹੈ ਇਸ ਮਾਮਲੇ 'ਚ। ਜੀ 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 ਪੰਜਾਬ ਵਿੱਚ ਡਰੱਗ ਨਾਲ ਮੌਤਾਂ ਦਾ ਸਿਲਸਿਲਾ ਜਾਰੀ, ਰਿਪੋਰਟ ਦੇ ਵਿੱਚ ਖੁਲਾਸਾ। ਹਾਂਜੀ ਦੇਖੋ, ਇਹ ਟ੍ਰਿਬਿਊਨ ਦੇ ਵਿੱਚ ਲੱਗੀ ਹੈ ਰਿਪੋਰਟ ਤੇ ਇਹਦੇ ਵਿੱਚ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਨਕਸ਼ਾਫ ਹੈ, ਖੁਲਾਸਾ ਹੈ ਕਿ ਹਰ ਹਫ਼ਤੇ ਪੱਥਰ ਵਿਛਾਉਂਦਾ ਚਿੱਟਾ, ਇਹਦਾ ਸਿਰਲੇਖ ਵੀ ਕੁਛ ਇਸ ਤਰ੍ਹਾਂ ਦਾ ਸੀਗਾ। ਇਹਨਾਂ ਨੇ ਜੋ ਫਿਗਰ ਆਊਟ ਕੀਤਾ ਸਾਰਾ, ਮਤਲਬ ਕਿ ਇਹ ਅੰਕੜਾ ਜਿਹੜਾ ਬਣਦਾ ਮੌਤਾਂ ਵਾਲਾ, ਉਹ 194 ਮੌਤਾਂ ਨੇ ਪਿਛਲੇ 3 ਸਾਲਾਂ ਦੇ ਵਿੱਚ। ਮਤਲਬ ਕਿ 2017 ਵਰੇ ਦੇ ਵਿੱਚ ਓਵਰਡੋਜ਼ ਦੇ ਨਾਲ 71 ਮੌਤਾਂ ਹੋਈਆਂ। ਅਗਲੇ ਸਾਲ 2018 'ਚ ਜਦੋਂ ਬਹੁਤ ਸਾਰੀਆਂ ਮੌਤਾਂ ਹੋਈਆਂ 78, ਤੇ 19 'ਚ ਕਹਿੰਦੇ ਆ ਕਿ 45 ਮੌਤਾਂ ਹੋਈਆਂ, ਜਦ ਕਿ 20 ਦਾ ਅੰਕੜਾ ਜਿਹੜਾ ਉਹ ਇਸ ਵੇਲੇ ਮੁਅੱਸਰ ਨਹੀਂ ਹੈ। ਇਹ 2018 ਦੀ ਜੇ ਗੱਲ ਕਰੀਏ ਆਪਾਂ, 2018 ਦੇ ਵਿੱਚ ਇੱਕ ਅਖਬਾਰ ਨੇ ਉਸ ਵੇਲੇ ਗਿਣਤੀ ਕੀਤੀ ਸੀ ਜਦੋਂ 2 ਮਹੀਨੇ ਬਹੁਤ ਜ਼ਿਆਦਾ ਓਵਰਡੋਜ਼ਾਂ ਦੇ ਨਾਲ ਮੌਤਾਂ ਹੋਈਆਂ ਕਿ ਤਕਰੀਬਨ 100 ਮੌਤ ਹੋ ਚੁੱਕੀ ਆ। ਗੱਲ ਇਹ ਹੁੰਦੀ ਆ ਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕੁਛ ਇਸ ਤਰ੍ਹਾਂ ਹੁੰਦਾ ਕਿ ਜਿੱਦਾਂ ਸਾਡੀ NCRB ਆ ਕਿ ਜੋ ਮਾਮਲਾ ਹਸਪਤਾਲ 'ਚ ਰਜਿਸਟਰਡ ਹੁੰਦਾ ਵਾ ਜਾਂ ਥਾਣੇ ਚਲੇ ਜਾਂਦਾ ਉਹਨੂੰ ਚੱਕਿਆ ਜਾਂਦਾ ਹੈ। ਜੋ ਸਿਰਫ ਅਖਬਾਰ ਦੇ ਵਿੱਚ ਆਉਂਦਾ ਹੈ ਜਾਂ ਕਹਿ ਲਓ ਕਿ ਪਿੰਡ ਦੇ ਵਿੱਚ ਹੀ ਰਹਿ ਜਾਂਦਾ ਉਹ ਕਾਊਂਟ ਨਹੀਂ ਹੁੰਦਾ। ਪਰ ਸਾਡਾ ਇੱਕ ਅੰਦਾਜ਼ਾ ਹੈ, ਸਾਡਾ ਆਪਣਾ ਇੱਕ ਮੰਨਣਾ ਹੈ, ਜਿੰਨੇ ਅਖਬਾਰ ਅਸੀਂ ਡੇਲੀ ਖੋਲ੍ਹਦੇ ਹਾਂ ਉਹਦੇ ਆਧਾਰ 'ਤੇ ਜਾਂ ਜੋ ਜ਼ਮੀਨੀ ਪੱਧਰ 'ਤੇ ਜਾਣਕਾਰੀ ਮਿਲਦੀ ਆ ਕਿ ਸਾਡੇ ਪੰਜਾਬ ਦੇ ਵਿੱਚ ਰੋਜ਼ਾਨਾ 5 ਤੋਂ 10 ਨੌਜਵਾਨ ਨਸ਼ੇ ਦੀ ਭਿੰਨ 'ਤੇ ਚੜ੍ਹਦੇ ਨੇ। ਕੁਛ ਦਾ ਘਰ ਵਾਲੇ ਉਈਓ ਸੰਸਕਾਰ ਕਰ ਦਿੰਦੇ ਨੇ, ਕੁਛ ਮਤਲਬ ਕਿ ਇਸ ਤਰ੍ਹਾਂ ਗੁੱਝੇ ਹੀ ਰਹਿ ਜਾਂਦੇ, ਮੌਤ ਦਾ ਕਾਰਨ ਨਹੀਂ ਲੱਭਦਾ। ਤੇ ਕੁਛ ਕੁ ਮਾਮਲੇ ਨੇ ਜਿਹੜੇ ਅਖਬਾਰਾਂ 'ਚ ਛਪਦੇ ਆ ਪਰ ਰਿਕਾਰਡ 'ਚ ਨਹੀਂ ਆਉਂਦੇ, ਪਰ ਕੁਛ ਇੱਕ ਮਾਮਲੇ ਹੁੰਦੇ ਆ ਜਿਹੜੇ ਕਿ ਔਨ ਰਿਕਾਰਡ ਜਾਂਦੇ ਨੇ। ਸੋ ਇਹ ਕਹਾਣੀ ਆ ਕਿ ਜਿੱਦਾਂ ਸਾਡੇ ਇੱਥੇ ਐਕਸੀਡੈਂਟ ਦੀਆਂ ਮੌਤਾਂ ਹੁੰਦੀਆਂ 5 ਤੋਂ 15 ਤੱਕ, ਇਸ ਤਰ੍ਹਾਂ ਇੱਕ ਅੰਦਾਜ਼ਾ ਸੀਗਾ ਕਿਸੇ ਵੇਲੇ। ਹੁਣ ਤਾਂ ਚਲੋ ਕਿਸਾਨ ਖੁਦਕੁਸ਼ੀਆਂ, ਕਿਸਾਨ ਸੰਘਰਸ਼ ਕਰਕੇ ਥੋੜ੍ਹਾ ਜਿਹਾ ਉਹਦੇ 'ਚ ਠਹਿਰਾਓ ਹੈ ਕਿਉਂਕਿ ਇੱਕ ਬਲ ਮਿਲਿਆ, ਇੱਕ ਆਤਮ ਵਿਸ਼ਵਾਸ ਪੈਦਾ ਹੋਇਆ। ਤਾਂ ਨਹੀਂ ਤਾਂ ਅੱਗੇ ਐਵਰੇਜ ਇਹ ਵੀ ਸੀ ਕਿ 2 ਤੋਂ 4 ਮਜ਼ਦੂਰ ਜਾਂ ਕਿਸਾਨ ਡੇਲੀ ਖੁਦਕੁਸ਼ੀਆਂ ਕਰ ਰਹੇ ਆ। ਤਾਂ ਇਹ ਮੈਂ ਦੱਸਿਆ ਇਸ ਕਰਕੇ ਕਿਉਂਕਿ ਇਹਦਾ ਜੇ ਕੋਈ ਤੁਸੀਂ ਕਹੋ ਕਿ ਪੁਖਤਾ ਸਬੂਤ ਨਹੀਂ ਹੁੰਦਾ। ਡੇਲੀ ਖਬਰਾਂ ਦੇ ਆਧਾਰ 'ਤੇ ਜਾਂ ਜੋ ਪਿੰਡਾਂ ਦਾ ਹਾਲ ਹੁੰਦਾ, ਸੂਰਤ ਹਾਲ ਹੁੰਦੀ, ਉਹ ਤੋਂ ਅੰਦਾਜ਼ਾ ਲੱਗਦਾ ਮੋਟੇ ਤੌਰ 'ਤੇ। ਤਾਂ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਹਫ਼ਤੇ ਦੇ 7 ਦਿਨ ਹੁੰਦੇ ਆ ਤੇ 6ਵੇਂ ਦਿਨ 70 ਵਿੱਚ ਦਾ ਜੋ ਔਨ ਰਿਕਾਰਡ ਬੋਲਿਆ ਜਾ ਰਿਹਾ। ਇਹਦੇ 'ਤੇ ਹੁਣ ਇਹ ਕੀ ਬੋਲਣਗੇ, ਇਹ ਤਾਂ ਕੁਛ ਨਹੀਂ ਬੋਲ ਸਕਦੇ। ਪਰ ਕੁਛ ਲੋਕ ਬੋਲਦੇ ਵਿਚਾਰੇ, ਕੋਈ ਆਪਣੇ ਪੁੱਤ ਦੇ ਗੁਜ਼ਰਨ ਤੋਂ ਬਾਅਦ ਕਫਨ 'ਤੇ ਲੈਟਰ ਲਿਖਦਾ
ਕੋਈ ਜਾ ਕੇ ਪੈਟਰੋਲ ਦੀ ਬੋਤਲ ਲੈ ਕੇ DSP ਦਫ਼ਤਰ ਦੇ ਮੂਹਰੇ ਖੜਦਾ ਕਿ ਮੈਂ ਆਤਮਦਾਹ ਕਰ ਲਊਂਗਾ, ਕੋਈ ਹੈ ਜਿਹੜਾ ਕਿ ਜਾ ਕੇ ਪਿੱਟ ਸਿਆਪਾ ਕਰਦਾ ਗਲੀ ਦੇ ਵਿੱਚ ਕਿ ਸਾਡਾ ਘਰ ਉੱਜੜ ਗਿਆ, ਬਰਬਾਦ ਹੋ ਗਿਆ। ਸੋ ਲੋਕ ਬੋਲਣਗੇ ਇਹਦੇ ਤੇ, ਅੰਕੜੇ ਬੋਲਣਗੇ ਇਹਦੇ ਤੇ, ਸਿਆਸਤਦਾਨ ਕੁਛ ਨਹੀਂ ਬੋਲ ਸਕਦੇ। ਜੇ ਬੋਲਣਗੇ ਤੇ ਇੰਨਾ ਬੋਲਣਗੇ ਕਿ ਅਸੀਂ ਲੱਕ ਤੋੜ ਦਿੱਤਾ, ਲੱਕ ਤੋੜਤਾ। ਜੀ ਜੀ ਬਿਲਕੁਲ। ਟੋਕੀਓ ਓਲੰਪਿਕ ਖਿਡਾਰੀਆਂ ਦਾ ਸਨਮਾਨ। ਹਾਂਜੀ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਭਾਈ ਤੁਹਾਨੂੰ ਸਨਮਾਨ ਸਨਮੂਨ ਤੇ ਆਪਾਂ ਦੇ ਦਿੱਤਾ, ਸਾਰਾ ਕੁਛ ਠੀਕ ਕਰ ਦਿੱਤਾ, ਚਿੰਤਾ ਨਾ ਕਰੋ, ਕੋਈ ਗੱਲ ਨਹੀਂ ਹੈ, ਇਨਾਮ ਵੀ ਤੁਹਾਡੇ ਖਾਤਿਆਂ 'ਚ ਪਾ ਦਿੱਤੇ। ਇੱਕ ਕਲਿੱਕ ਦੇ ਨਾਲ ਹੀ ਅੱਜ ਕੱਲ੍ਹ ਤੁਹਾਨੂੰ ਪਤਾ ਪੈਸੇ ਚਲ ਜਾਂਦੇ ਖਾਤਿਆਂ ਦੇ ਵਿੱਚ, ਇਹਨਾਂ ਨੇ ਕਰ ਦਿੱਤਾ ਪੈਸਿਆਂ ਵਾਲਾ ਕੰਮ ਵੀ। ਤੁਸੀਂ ਕੱਲ੍ਹ ਮੈਨੂੰ ਲੱਗਦਾ ਸਵਾਲ ਕੀਤਾ ਸੀਗਾ ਕਿ ਪੈਸੇ ਮਿਲ ਜਾਣਗੇ ਇਹਨਾਂ ਨੂੰ, ਤੇ ਉਹ ਮਿਲ ਗਏ ਆ। ਲੈਪਟਾਪ 'ਤੇ ਇਹਨਾਂ ਨੇ ਹੱਥ ਰੱਖਿਆ ਤੇ ਟੀਂ ਕਰਕੇ ਉੱਧਰੋਂ ਮੈਸੇਜ ਆ ਗਿਆ ਹੋਣਾ, ਲਓ ਜੀ ਤੁਹਾਡੇ ਖਾਤੇ ਦੇ ਵਿੱਚ ਇੰਨੇ ਪੈਸੇ ਜੁੜ ਗਏ ਜੇ। ਇਸ ਤੋਂ ਇਲਾਵਾ ਜੇ ਦੇਖੀਏ ਤੇ ਨੀਰਜ ਚੋਪੜਾ ਸਨਮਾਨ ਸਮਾਗਮ ਦੇ ਵਿੱਚ ਨਹੀਂ ਆਏ ਕਿਉਂਕਿ ਉਹ ਰੁਝੇਵੇਂ ਦੇ ਵਿੱਚ ਹੋਣਗੇ। ਇਹ ਜਿਹੜੇ ਸਾਡੇ ਪੰਜਾਬ ਦੇ ਖਿਡਾਰੀ ਸੀਗੇ ਉਹ ਇੱਥੇ ਪਹੁੰਚੇ ਆ। ਇਹਨਾਂ ਨੇ ਕਿਹਾ ਕਿ ਜਿੰਨੇ ਮੈਡਲਿਸਟ ਨੇ, ਮਤਲਬ ਕਿ ਜੇ ਸਰਕਾਰ ਵੱਲੋਂ ਦੇਖੀਏ ਕਿ ਜਿੰਨੇ ਮੈਡਲਿਸਟ ਨੇ ਅਸੀਂ ਸਾਰਿਆਂ ਨੂੰ ਜੋਬ ਦੇਵਾਂਗੇ। ਤੇ ਜਿਹੜੇ ਸਾਡੇ ਹੈਗੇ ਆ ਕਪਤਾਨ ਹਾਕੀ ਦੇ ਮਨਪ੍ਰੀਤ ਸਿੰਘ, ਉਹ DSP ਨੇ ਪੰਜਾਬ ਪੁਲਿਸ 'ਚ, ਉਹਨਾਂ ਦੀ ਪ੍ਰਮੋਸ਼ਨ ਇਹਨਾਂ ਨੇ ਕਰ ਵੀ ਦਿੱਤੀ ਹੈ। ਖੈਰ ਇੱਧਰ ਜੋ ਸਾਡੀਆਂ ਕੁੜੀਆਂ ਹਾਕੀ ਦੀਆਂ ਖਿਡਾਰਨਾਂ, ਉਹਨਾਂ ਨੇ ਵੀ ਇੱਕ ਸਟਿੱਕ ਜਿਹੜੀ ਹਾਕੀ ਦੀ ਹੁੰਦੀ ਸਟਿੱਕ, ਉਹਦੇ 'ਤੇ ਦਸਤਖਤ ਕਰਕੇ ਉਹ ਭੇਟ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਨੂੰ। ਅਮਰਿੰਦਰ ਸਿੰਘ ਖੁਸ਼ੀ ਦੇ ਵਿੱਚ ਗਦਗਦ ਹੋਏ ਪਏ ਸਨ ਤੇ ਉਹਨਾਂ ਨੇ ਆਖਿਆ ਕਿ ਮੇਰਾ ਖੁੱਲ੍ਹਾ ਸੱਦਾ, ਜਿਵੇਂ ਨਰਿੰਦਰ ਮੋਦੀ ਨੇ ਆਖਿਆ ਸੀਗਾ ਨਾ ਕਿ ਤੁਸੀਂ ਜਦੋਂ ਮੈਡਲ ਮੁਡਲ ਜਿੱਤ ਕੇ ਆਏ ਤੇ ਆਇਓ, ਜਿਵੇਂ ਮਾਮਾ ਠਾਕੁਰ ਆਨਾ ਕਭੀ ਹਵੇਲੀ ਤੇ ਕਹਿੰਦੇ ਸੀ ਕਿ ਆਇਓ ਫਿਰ ਤੁਹਾਨੂੰ ਮੈਂ ਆਈਸਕ੍ਰੀਮ ਖਿਲਾਊਂਗਾ। ਇਹ ਵੀ ਕਹਿੰਦੇ ਕਿ ਮੇਰੇ ਵੱਲੋਂ ਖੁੱਲ੍ਹਾ ਸੱਦਾ ਭਾਈ, ਤੁਸੀਂ ਆਓ, ਮੈਂ ਤੁਹਾਨੂੰ ਖਾਣਾ ਖਵਾਊਂਗਾ ਤੇ ਖਾਣਾ ਵੀ ਆਪਦੇ ਹੱਥ ਨਾਲ ਬਣਾ ਕੇ ਖਵਾਊਂਗਾ। ਤੇ ਲੋਕ ਹੁਣ ਮਜ਼ਾਕ ਕਰਦੇ ਪਏ ਨੇ ਸੋਸ਼ਲ ਮੀਡੀਆ ਤੇ, ਕਹਿੰਦੇ ਕਿ ਕਿੱਥੇ ਬਾਵਰਚੀ ਬਣੋਗੇ ਇਸ ਉਮਰ ਦੇ ਵਿੱਚ, ਵਿਚਾਰਿਆਂ ਨੂੰ ਸੀਤਾਫਲ ਤੇ ਥੋੜਾ ਜਿਹਾ ਚੀਕੂ ਦੇ ਦਿਓ, ਫਰੂਟ ਨਾਲ ਕੰਮ ਚੱਲ ਜਾਣਾ। ਵਾਕਈ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।